ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਨੇ ਸਭ ਤੋਂ ਪਹਿਲੇ ਆਮ ਲੋਕਾਈ ਵਿੱਚ ਜੋ ਹੁੰਦਾ ਦੇਖਿਆ, ਉਥੋਂ ਇਹ ਪਤਾ ਲੱਗਿਆ what needs to be addressed ਥਾਪਿਆ ਨਾ ਜਾਏ। You cannot establish God, ਥਾਪਿਆ ਨਾ ਜਾਏ, ਕੀਤਾ ਨਾ ਹੋਏ। ਤੁਹਾਡੇ ਕਰਨ ਨਾਲ ਉਹ ਨਹੀਂ ਹੋ ਰਿਹਾ, ਉਸਦੇ ਕਰਨ ਨਾਲ ਅਸੀਂ ਹੋ ਰਹੇ। ਤੁਸੀਂ ਰੱਬ ਨੂੰ ਥਾਪ ਨਹੀਂ ਸਕਦੇ। ਥਾਪਿਆ ਨਾ ਜਾਏ, ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਸੋਏ, ਉਹ ਆਪਣੇ ਆਪ। ਹੁਣ ਇੱਥੇ ਨਿਰੰਜਨ ਵਰਡ ਕਿਉਂ ਆਇਆ? ਲੈਟ ਅਸ ਜਸਟ ਕੰਟੈਂਪਲੇਟ ਦਿਸ ਵਰਡ ਨਿਰੰਜਨ। ਗੁਰਬਾਣੀ ਦੀ ਤੁਕ ਹੈ, ਅੰਜਨ ਮਾਹੇ ਨਿਰੰਜਨ ਰਹੀਏ। ਤਾਂ ਅੰਜਨ ਕੀ ਹੈ? ਮਾਹੇ ਮਤਲਬ ਉਹਦੇ ਵਿੱਚ, ਅੰਜਨ ਵਿੱਚ ਨਿਰੰਜਨ ਰਹੋ। ਅੰਜਨ ਇਜ਼ ਦਾ ਮੋਹ ਮਾਇਆ। ਇਹ ਘਰ, ਇਹ ਮੇਰਾ ਘਰ, ਇਹ ਮੇਰਾ ਕਮਰਾ, ਇਹ ਮੇਰਾ ਪਰਿਵਾਰ, ਇਹ ਮੇਰਾ ਸਕੂਲ, ਇਹ ਮੇਰਾ ਆਫਿਸ, ਇਹ ਮੇਰਾ ਕਾਲਜ ਜਿੱਥੇ ਅਸੀਂ ਜਾਣਾ ਸ਼ੁਰੂ ਕਰਦੇ ਹਾਂ। ਇਹਦੇ ਵਿੱਚ ਰਹੀਏ। ਇਹ ਮੇਰੀ ਤਨਖਾਹ, ਇਹ ਮੇਰਾ ਪੈਸਾ, ਇਹ ਮੇਰਾ ਬਿਜ਼ਨਸ। ਅਸੀਂ ਉਹਦੇ ਵਿੱਚ ਰਹੀਏ। ਅਸੀਂ ਸਕੂਲ ਵੀ ਜਾਈਏ, ਅਸੀਂ ਘਰ ਵੀ ਜਾਈਏ, ਅਸੀਂ ਪਰਿਵਾਰ ਵਿੱਚ ਵੀ ਰਹੀਏ। ਅਸੀਂ ਭੈਣ ਨਾਲ ਵੀ ਗੱਲ ਕਰੀਏ, ਭਰਾ ਨਾਲ ਵੀ ਗੱਲ ਕਰੀਏ, ਅਸੀਂ ਘਰ ਵਾਲੇ ਨਾਲ ਵੀ ਕਰੀਏ, ਘਰ ਵਾਲੇ ਨਾਲ ਵੀ ਕਰੀਏ। ਇਹ ਅੰਜਨ ਹੈ। ਪਰ ਇੱਕ ਉਹਦੇ ਵਿੱਚ ਥੋੜਾ ਅਸੀਂ ਉਹਦੇ ਵਿੱਚ ਨਿਰਲੇਪ ਕਿਵੇਂ ਰਹੀਏ? ਅੰਜਨ ਮਾਹੇ ਪਰ ਨਿਰੰਜਨ ਰਹੀਏ। ਪੈਸਾ ਆਏ ਸਾਡੇ ਕੋਲ, we don't get just lost into it ਕਿ ਪੈਸੇ ਨੂੰ ਯੂਜ਼ ਕਰੋ। ਇਹ ਗੁਜ਼ਰਾਨ ਹੈ, ਦੌਲਤ ਗੁਜ਼ਰਾਨ। तो अंजन माहे रहो पर निरंजन रहो। This is Niranjan. So why this Niranjan has come over here when Guru Sahib says आपे आप निरंजन सोए? इस दी बरीकी नु समझिए। Let us go deeper into it. What we were discussing, थापिया ना जाए, कीता ना होए, ओ ता आपे आप निरंजन सोए। ओ ता इन्ना ਇੰਨਾ is the word, ਇੰਨਾ ਮਾਇਆ ਵਾਲੇ ਕੰਮਾਂ ਵਿੱਚ, ਇਹ ਕਰਮ ਮਾਇਆਵੀ ਕਰਮ ਕਾਂਡਾਂ ਤੋਂ ਨਿਰਲੇਪ ਹੈ। That's why this Niranjan comes here, because Niranjan has something to convey. ਉਸ ਨੂੰ ਥਾਪਣਾ is all anjan. ਉਹ ਭਾਈ, ਉਹ ਤਾਂ ਨਿਰੰਜਨ ਹੈ, ਉਹ ਤਾਂ he is above all this thing. So once again, ਥਾਪਿਆ ਨਾ ਜਾਏ, ਕੀਤਾ ਨਾ ਹੋਏ, आपे आप निरंजन सोए, जिन सेवया। Now what is this सेवा? एक गुरु दी सेवा की हुंदी है? गुरु, पहले गुरु की है, बाणी गुरु है बाणी, that is clear. but बाणी दी सेवा ते गुरबाणी विच बुझारतां ने, सारियां बुझारतां ने। और बुझारतां क्यों ने? एक नेक्स्ट क्वेश्चन, बुझारतां क्यों ने गुरबाणी च? To entangle the mind, ਕਿ ਅਸੀਂ ਉਹਦੇ ਚ ਉਹਨਾਂ ਨੂੰ ਬੁੱਝੀਏ, ਉਹਨਾਂ ਨੂੰ ਸੋਲਵ ਕਰੀਏ। ਤੇ ਇਹਦੇ ਨਾਲ ਹੀ ਸਾਡਾ ਜਿਹੜਾ ਸਮਾਂ ਹੈ ਉਹ always imbued in the holiness of this aura, and we are always thinking spiritual. We are in the spiritual aura all the time because we are contemplating, we are solving the issues. ਜਾਣ ਬੁੱਝ ਕੇ ਦੇਖੋ, ਪਹਿਲੀ ਬੁਝਾਰਤ ਕੀ ਹੈ? ਸੋਚੇ ਸੋਚ ਨਾ ਹੋਵੇ। ਵੀ ਕੀ ਹੈ ਸੋਚੇ? ਜਿਹੜਾ ਸੋਚੇ ਕਰਨ ਨਾਲ ਸੋਚੇ ਨਾ ਹੋਵੇ। The question therefore rises, ਸੋਚੇ ਸੋਚ ਕਿਉਂ ਨਾ ਹੋਵੇ? ਭੁੱਖਿਆ ਭੁੱਖ ਕਿਉਂ ਨਾ ਉਤਰੀ? So ਇਹ ਬੁਝਾਰਤਾਂ ਨੇ, we have dwelled into it. So ਇਹ ਬੁਝਾਰਤਾਂ continued as few terms we need to fundamentally put in place, ਜਿਹਦੇ ਨਾਲ ਕਿ ਸਾਡੀਆਂ ਸਾਰੀਆਂ ਅਗਲੀਆਂ ਬੁਝਾਰਤਾਂ ਖੁੱਲਦੀਆਂ ਜਾਣ। ਜਿਨ ਸੇਵਿਆ, ਹੁਣ ਸੇਵਿਆ is another term which is a fundamental term which keeps coming again and again. And ਜੇ ਅਸੀਂ ਸੇਵਾ ਨੂੰ ਕੋਈ ਉਹਨੂੰ ਝਾੜੂ ਮਾਰਨ, ਕੋਈ ਕੁਝ ਹੋਰ ਕਰਨ, ਕੁਝ ਲੰਗਰ ਲਾਉਣ ਜਾਂ ਕੁਝ ਹੋਰ, all those things are having their own significance, of course. Nevertheless, yet ਗੁਰ ਸੇਵਾ, ਗੁਰੂ ਦੀ ਸੇਵਾ, ਇਹ ਕੀ ਹੈ? ਇਹ ਕਿਵੇਂ ਕਰੀਦੀ ਹੈ? ਗੁਰਬਾਣੀ ਸਾਨੂੰ ਹਰ ਚੀਜ਼ ਉਹਦੇ ਚੋਂ ਸਾਨੂੰ ਆਨਸਰਸ ਮਿਲਦੇ ਆ। ਗੁਰ ਸੇਵਾ ਤੇ ਭਗਤ ਕਮਾਈ, ਜਿਹੜੀ ਇਹ ਭਗਤੀ ਹੈ, ਇਹ ਗੁਰੂ ਦੀ ਸੇਵਾ ਵਿੱਚ। that means contemplating,
अंडरस्टैंडिंग जो गावे है वही गुरु सेवा है. तो व्हेन वी कम आउट ऑफ वाजा तबला, but then why this Gurbani is always talking about राग? ਅਸੀਂ ਸਮਝ ਰਹੇ ਹਾਂ that is ਗਾਇਨ. ਇੱਕ ਤੁਸੀਂ ਗਾਇਨ ਕਰਦੇ ਕਰਦੇ ਸਮਝਦੇ ਸਮਝਦੇ ਤੁਸੀਂ ਇੱਕ blissful ਜਗ੍ਹਾ ਤੇ ਪਹੁੰਚ ਜਾਈਏ ਅਸੀਂ, where we are in bliss. ਇੱਕ ਵਾਕਿਆ ਮੈਨੂੰ ਜਿਹੜਾ ਚਤਰਪਾਲ ਸਿੰਘ ਜੀ ਨੇ ਦੱਸਿਆ ਸੀ, ਮੈਂ ਸ਼ੇਅਰ ਕਰਦਾ. ਇਟ ਇਜ਼ ਵੰਡਰਫੁਲ ਥਿੰਗ ਟੂ ਅੰਡਰਸਟੈਂਡ. ਇੱਕ ਬਾਗ ਲੱਗਿਆ ਹੋਇਆ. even why we are discussing all this, we want to know ਕਿ ਜੇ ਗਾਵੇ ਵਿਚਾਰੀਏ ਹੈ ਤਾਂ ਸਾਰੀ ਬਾਣੀ ਰਾਗਾਂ ਵਿੱਚ ਫਿਰ ਕਿਉਂ ਹੈ? that is the question. ਉਹਦੀ ਆਪਾਂ ਹੁਣ ਗੱਲ ਕਰ ਰਹੇ ਹਾਂ. ਇੱਕ ਬਾਗ ਲੱਗਿਆ ਹੋਇਆ, ਬੜੇ ਸੋਹਣੇ ਫੁੱਲ ਨੇ ਉਹਦੇ 'ਚ. ਉਸ ਫੁੱਲਾਂ ਵਾਲੇ ਬਾਗ ਵਿੱਚ ਜੇ ਕਵੀ ਚਲਾ ਜਾਏ ਤਾਂ ਕਵੀ ਕਹੇਗਾ ਕਿਆ ਨਜ਼ਾਰਾ ਹੈ. ਉਹਦੇ ਤੇ ਕੁਛ ਮੈਂ ਰੁਬਾਈ ਲਿਖਾਂ, ਇੱਕ ਮੈਂ ਉਹਦੇ ਤੇ ਕੁਛ ਕਵਿਤਾ ਲਿਖਾਂ, ਮੈਂ ਇੱਕ ਨਜ਼ਮ ਲਿਖਾਂ. ਕਿਆ ਖੁਸ਼ਬੂ ਹੈ, ਕਿਆ ਇਹ ਦਿੱਖ ਹੈ, ਕਿੰਨੇ ਸੋਹਣੇ ਪੱਤੇ ਨੇ. ਤਾਂ ਉਸ ਵੇਲੇ ਉਹ ਕਵਿਤਾ ਲਿਖ ਕੇ ਕੀ ਕਰ ਰਿਹਾ ਹੈ? ਗਾਇਨ ਕਰ ਰਿਹਾ ਹੈ. ਜਿਸਨੇ ਸਿੱਖਿਆ ਹੋਇਆ ਹੈ ਨ੍ਰਿਤ, ਜੇ ਉਹ ਨ੍ਰਿਤ ਕਰਨ ਵਾਲਾ, ਨ੍ਰਿਤ ਕਰਨ ਵਾਲੀ ਉੱਥੇ ਕੋਈ ਉੱਥੇ ਆਉਂਦਾ ਹੈ ਤੇ ਉਹਨੂੰ ਦੇਖਦੇ ਨੇ ਵੀ ਕਿਆ ਇਹ ਸੁੰਦਰ ਐਟਮੋਸਫੀਅਰ ਹੈ, ਤੇ ਉੱਥੇ ਉਹਦਾ ਦਿਲ ਕਰਦਾ ਕਿ ਮੈਂ ਉਹਨੂੰ ਉਹ ਝੂਮਦਾ. ਉਹਨੂੰ ਝੂਮਣ ਦਾ ਤਰੀਕਾ ਕਿਹੜਾ ਪਤਾ ਹੈ? ਕਿ ਉਹ ਹੁਣ ਕੱਥਕ ਵਾਲੇ ਨੇ ਕੱਥਕ ਕਰੇ, ਜਿਹੜੇ ਨੂੰ ਜਿਹੜਾ ਆਉਂਦਾ ਉਹ ਕਰੇ, ਉਹ ਨੱਚ ਕੇ ਉਸ ਦਾ ਗਾਇਨ ਨੱਚਣਾ. ਜਿਵੇਂ ਕਵੀ ਦਾ ਗਾਇਨ ਕਵਿਤਾ ਲਿਖਣੀ ਹੈ. ਹੁਣ ਉੱਥੇ ਇੱਕ ਬੰਦਾ ਆਉਂਦਾ ਜਿਹੜਾ ਗਾਇਨ ਕਰਦਾ ਹੈ. ਹੁਣ we now come to place and we understand the real concept of having rags in Sri Guru Granth Sahib. ਉੱਥੇ ਇੱਕ ਬੰਦਾ ਆਉਂਦਾ ਹੈ ਉਸੇ ਬਾਗ ਵਿੱਚ, ਉਹਨੂੰ ਗਾਣਾ ਆਉਂਦਾ ਹੈ. ਉਹਨੂੰ ਜਦੋਂ ਉਹਦਾ ਮਨ ਖਿੜਦਾ ਹੈ ਉਹ ਗਾਇਨ ਕਰਦਾ, ਉਹਦੇ ਅੰਦਰੋਂ ਗਾਇਨ ਨਿਕਲਦਾ. ਜਿਵੇਂ ਉਹਦੇ ਮਨ ਚੋਂ ਕਵਿਤਾ ਨਿਕਲੀ, ਜਿਹਦੇ ਉਹਦੇ ਪੈਰਾਂ ਚੋਂ ਨ੍ਰਿਤ ਨਿਕਲਿਆ, ਉਹਦੇ ਅਲਾਪ ਨਿਕਲਣੇ ਸ਼ੁਰੂ ਹੋ ਗਏ. ਕਿਆ ਸੁੰਦਰ ਨਜ਼ਾਰਾ ਹੈ. ਉਹ ਅਲਾਪ ਕਰ ਰਿਹਾ, ਉਹ ਬਸੰਤ ਗਾ ਰਿਹਾ. ਹੁਣ ਉਹ ਬਿਲਾਵਲ ਗਾਏ, ਬਸੰਤ ਗਾਏ, ਉਹ ਆਪਣਾ ਸਮਾਂ ਦੇਖੇ, ਉਹਦੇ ਹਿਸਾਬ ਨਾਲ ਗਾਏ. ਇਸ ਗਾਇਕ ਦਾ ਗਾਇਨ ਗਾਇਨ ਹੈ ਨਾ, ਉਹ ਇਹ ਹੈ ਗਾਇਨ. ਐਂਡ ਬਿਗਨਿੰਗ ਆਫ ਗਾਇਨ ਇਜ਼ ਅੰਡਰਸਟੈਂਡਿੰਗ. ਅੰਡਰਸਟੈਂਡਿੰਗ ਵਾਲਾ ਗਾਇਨ takes you to the blissful gain, so that ਗਾਣ ਵਾਲਿਆਂ ਨੂੰ ਇਹ ਪਤਾ ਲੱਗੇ ਤੇ ਇਹ ਮੈਂ ਕਿਵੇਂ ਗਾਵਾਂ, ਤੇ ਇਹ ਉਹਨਾਂ ਨੂੰ ਦੱਸਿਆ ਤੁਸੀਂ ਇਸ ਰਾਗ ਵਿੱਚ ਗਾਓ. what is gain? Gain to understand, gain as a blissful avastha, and why there are rags in Sri Guru Granth Sahib. Despite गायन is often meant as understanding. एक स्वान कह कर गावना, घर विच गावना is always understanding it like that. Though technically we can sing in a particular car as well, but car is first to understand. गावे को तान विच असी बहुत clearly is to we dwelt into it and we understood. It can over there it is not singing. What is your depth? So you understand God. गावे को तान होवे किसे तान, because तान. एक होर गल करिए ਆਪਾਂ, always एक अपन डायरी ਵੱਖਰੀ रखा ली अपने कोल और ਉਹਦੇ ਚ ਲਿਖ ਲਈਏ ਊੜਾ ਐੜਾ ਈੜ. हर पेज ਦੇ ਉੱਪਰ ਊੜਾ, second page ਐੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਗੱਗਾ ਗੱਗਾ ਗੰਗਾ ਚੱਚਾ ਛੱਛਾ ਜੱਜਾ ਚੱਜਾ ਜੰਨਾ. ਡਾੜੇ ਤੱਕ ਦੇ ਸਾਰੇ ਪੇਜ ਲਾ ਲਓ. ਹਰ ਪੇਜ ਉੱਪਰ ਇੱਕ ਇੱਕ ਵਰਡ ਲਿਖੀ ਜਾਣਾ ਆਪਾਂ. ਤੇ ਜਦੋਂ ਵੀ ਘਰ 'ਚ ਜ਼ੋਰ ਦੀ ਗੱਲ ਕਰਨੀ ਹੋਏ ਤੇ always ensure everybody speaks ਤਾਣ. Speaking ਗੁਰਬਾਣੀ ਤਾਣ ਲਾ ਨਾ, ਤਾਂ ਚੁੱਕਿਆ ਜਾਏਗਾ. ਬੱਚੇ ਨੂੰ ਸਮਝ ਲੱਗ ਜਾਏ. ਗਾਵੇ ਕੋ ਤਾਣ ਹੋਵੇ ਕਿਸੇ ਤਾਣ. ਜਿਨ ਸੇਵਿਆ, ਹੁਣ ਸੇਵਿਆ ਤੇ we need to go deep into it.
What is ਸੇਵਿਆ? ਜਿਹੜੇ ਸੇਵਾ ਕਰਨਗੇ ਉਹਨਾਂ ਨੂੰ ਮਾਣ ਮਿਲੇਗਾ। ਹੁਣ ਮੈਂ ਸੇਵਾ ਕਿਵੇਂ ਕਰਾਂ? ਤੇ ਗੁਰੂ ਸਾਹਿਬ tells us, ਗੁਰ ਸੇਵਾ ਤੇ ਭਗਤ ਕਮਾਈ। ਇਹ ਭਗਤੀ means you go deep into it. You start understanding it. Understanding is the beginning of bhakti. Understanding is the basics, the fundamental approach. Whether you want to attain something, is understanding something. This applies to anything and everything. So why would that not apply to spirituality? And ਗੁਰਬਾਣੀ ਵਿੱਚ ਜਿਨ ਸੇਵਿਆ। ਅੱਛਾ, ਇੱਕ ਹੋਰ ਜਿਨ, ਆਪਾਂ ਜਿਨ ਬੋਲਦੇ ਹਾਂ ਪਪੂਲਰਲੀ, here also ਇੱਕ ਹੋਰ ਚੀਜ਼ ਆਉਂਦੀ ਹੈ ਸਾਡੇ ਸਾਹਮਣੇ। pronouncing whether should I say ਜਿਨ ਸੇਵਿਆ? ਜੇ ਮੈਂ ਇਹਨੂੰ ਜਿਨ ਸੇਵਿਆ ਬੋਲਦਾ, ਹੁਣ ਹੈ ਕੀ ਹੈ? ਜੱਜੇ ਨੂੰ ਸਿਹਾਰੀ, ਨੰਨੇ ਨੂੰ ਸਿਹਾਰੀ। ਹੁਣ ਇੱਥੇ ਜੱਜੇ ਨੂੰ ਸਿਹਾਰੀ, ਨੰਨਾ ਮੁਕਤਾ ਆ ਜਾਏਗਾ, ਜਿਨ। ਫਿਰ ਮੈਂ ਜਿਨ ਬੋਲ ਗਿਆ, ਤੇ ਜਿਹੜਾ ਬਾਣੀ ਸਰਵਨ ਕਰ ਰਿਹਾ ਉਹ ਉਸ ਵੇਲੇ ਸਾਹਮਣੇ ਪੜ ਨਹੀਂ ਰਿਹਾ, ਉਹਨੂੰ ਕਿਵੇਂ ਪਤਾ ਲੱਗੇਗਾ ਕਿ ਜਿਨ ਇਹ ਨੰਨੇ ਨੂੰ ਸਿਹਾਰੀ ਵਾਲਾ ਜਿਨ ਹੈ, ਮੁਕਤਾ ਵਾਲਾ ਜਿਨ ਹੈ? ਬਿਕੋਜ਼ ਦੋਨਾਂ 'ਚ ਫਰਕ ਕੀ ਹੈ? ਜਿਨ ਦਾ ਜੇ ਨੰਨਾ ਮੁਕਤਾ ਹੈ ਤਾਂ ਇਟ ਮੀਨਸ ਜਿਨ੍ਹਾਂ ਨੇ ਜਿਨ, ਪਰ ਜਦੋਂ ਨੰਨਾ ਸਿਹਾਰੀ ਆਉਂਦੀ ਹੈ ਨਾ, ਇਟ ਆਲਵੇਜ਼ ਮੀਨਸ one person। ਜਿਨ ਸੇਵਿਆ ਜਦੋਂ ਅਸੀਂ ਬੋਲਾਂਗੇ, ਜਿਨ੍ਹਾਂ ਨੇ ਸੇਵਿਆ, ਜਿਨਨੀ ਸੇਵਿਆ, ਜਿਸ ਨੇ ਸੇਵਿਆ, ਤਾਂ ਕਿੰਨਾ ਫਰਕ ਪੈ ਗਿਆ। That means ਗੁਰੂ ਸਾਹਿਬ ਨੇ ਜਿਹੜੀਆਂ ਸਿਹਾਰੀਆਂ ਲਾਈਆਂ ਨੇ, ਜਿਹੜੇ ਔਂਕੜ ਲਾਏ ਨੇ, they just not have to be read and understood, they also have to be spoken, so that the person who is hearing at the other end, because ਜੇ ਕੀਰਤਨ ਹੋ ਰਿਹਾ ਹੈ ਤੇ ਕੀਰਤਨ ਦਾ ਸਰਵਨ ਵੀ ਤਾਂ ਹੋ ਰਿਹਾ ਹੈ, ਉਹ ਕੀਰਤਨ ਜਿਹੜਾ ਸਰਵਨ ਕਰ ਰਿਹਾ ਹੈ ਉਸ ਨੂੰ ਜਿਨ ਸੇਵਿਆ ਤੇ ਜਿਨਨੀ ਸੇਵਿਆ। How is he doesn't know, but because this is precious thing, ਇਹ ਵਿਰਲਿਆਂ ਦੀ ਗੱਲ ਹੈ ਤੇ ਗੁਰੂ ਸਾਹਿਬ ਇੱਕ ਬੰਦੇ ਦੀ ਗੱਲ ਕਰ ਰਹੇ ਨੇ। ਜਿਨਨੀ ਸੇਵਿਆ ਤਿੰਨੀ ਪਾਇਆ ਮਾਨ। ਹੁਣ ਅਸੀਂ ਦੋ ਲਏ, ਇਹਦੇ ਚ ਅਸੀਂ ਡਿਸਾਈਡ ਕਰ ਲਿਆ ਜਿਨ ਤੇ ਜਿਨਨੀ, ਬਟ ਇੱਥੇ ਵੀ ਸਾਨੂੰ ਇੱਕ ਹੋਰ ਨੈਕਸਟ ਲੈਵਲ ਵਰਸ਼ਨ 2 ਕਰਨਾ ਪਏਗਾ। ਕਿਉਂ? ਇੱਕ ਹੋਰ ਵਰਡ ਹੈ ਸਾਡੇ ਕੋਲ, ਜੱਜੇ ਨੂੰ ਸਿਹਾਰੀ, ਨੰਨੇ ਨੂੰ ਸਿਹਾਰੀ ਨਹੀਂ, ਨੰਨੇ ਨੂੰ ਬਿਹਾਰੀ। ਤੋ ਨੰਨੇ ਨੂੰ ਸਿਹਾਰੀ ਤੇ ਨੰਨੇ ਨੂੰ ਬਿਹਾਰੀ ਦੀ ਪ੍ਰੋਨਾਂਸੀਏਸ਼ਨ ਵਿੱਚ ਕਿਵੇਂ ਕਰਾਂਗੇ? ਦੋਨੇ ਬਣ ਗਏ ਜਿੰਨੀ ਜਿੰਨੀ। ਤੋ ਹੁਣ ਕਰਨ ਵਾਸਤੇ ਡਿਫਰੈਂਸ਼ੀਏਟ, ਜਦੋਂ ਨੰਨੇ ਦੀ ਸਿਹਾਰੀ ਹੁੰਦੀ ਹੈ, ਜੱਜੇ ਨੂੰ ਵੀ ਸਿਹਾਰੀ, ਨੰਨੇ ਨੂੰ ਵੀ ਸਿਹਾਰੀ, ਤਾਂ ਜੱਜੇ ਨੂੰ ਅਸੀਂ ਸਟ੍ਰੈਸ ਜ਼ਿਆਦਾ ਦੇਾਂਗੇ, ਨੰਨੇ ਛੋਟਾ ਜਿਹਾ ਰੱਖਾਂਗੇ, ਜਿੰਨੀ ਜਿੰਨੀ। ਤੋ ਨੀ ਛੋਟੀ ਰਹਿ ਗਈ, ਜਿੰਨੀ। ਜਿੰਨੀ ਸੇਵਿਆ ਤਿੰਨੀ ਪਾਇਆ ਮਾਨ। ਜਿਸ ਨੇ ਸੇਵਿਆ ਉਸਨੇ ਮਾਣ ਪਾਇਆ। ਜਦੋਂ ਨੰਨੇ ਦੀ ਬਿਹਾਰੀ ਆਏਗੀ ਤੇ ਜੱਜੇ ਨੂੰ ਅਸੀਂ ਛੋਟਾ ਕਰਾਂਗੇ, ਜਿੰਨੀ ਜਿੰਨੀ, तो जिन्नी and जिन्नी। जिन, नन्ना mukta, always would mean many. Similarly, nanna bihari is also many, but nanna sihari always means one, and here it is nanna sihari, which means one. We need to say jinni. Jinni sevya we have covered so far। थाप्या ना जाए, कीता ना होए, आपे आप निरंजन सोए। जिन्नी सेविया तिन्नी पाया मान। असी थापना की करनी, असी ता उन्नु सेवा करिए, उसनु अंडरस्टैंड करिए। We are yet we spend our life to understand God। असी सेवा करनी। जिन्नी सेविया तिन्नी पाया मान। नानक, तो कक्के नु ना सिहारी या नाम कड़ा है, नानक address yourself। की करिए नानक, की करिए? What do you want to say to yourself? गाविए गुणी निदान, गाविए understand करिए। Now this गाविए is equal to what is savior। Nanak, always when we say Nanak as an addressal, we start addressing our own inner self। Nanak, ध्यान दे हुण, गाविए थापिए ना उन्नु, थापिया ना जाए, गाविए सेविए। अंडरस्टैंड करिए। नानक
गावी है, गुणी निधान. And now here we get another word. Nobody says कि तेरे कोल बड़ा खजाना है, तेरे कोल बड़ा निधान है. बच्चों नो निधान word, निधान keeps coming. You will see it keeps coming in Gurbani. Kirpa निधान. Kirpa निधान means किरपा दा खजाना है तू. गुणी निधान, तो गुणा दा खजाना है. तो let ਜਿਹੜੀ ਉਹ ਬੁਗਨੀ ਬਣਾਉਂਦਾ ਨਾ ਬੱਚਾ, ਉਹਨੂੰ ਕਹੋ ਬੇਟਾ ਆਪਣਾ ਨਿਧਾਨ ਲਿਆਓ, ਤੈਨੂੰ ਮੈਂ ਵਾਈਨ ਪਾਣੀ ਹੈ. We need to bring the terms of Gurbani in our spoken life. This is speaking Gurbani. ਇਹ ਦੇਖੋ ਅਸੀਂ ਸੜਕ ਤੇ ਜਾ ਰਹੇ ਹਾਂ, ਅਸੀਂ ਬੱਚੇ ਨੂੰ ਕਹੀ ਦੇਖੋ ਪਾਲ ਕਿੰਨੀ ਛੋਟੀ ਹੈ, ਉਹ ਦੇਖ ਰਿਹਾ ਵੀ ਕੰਧ ਚ ਨਿੱਕੀ ਜੀ ਹੈ, ਤਾਂ ਉਹਨੂੰ ਕਿਵ ਕੂੜਾ ਟੁੱਟਿਆ ਪਾਲ ਪਤਾ ਲੱਗ ਗਿਆ. ਇਹ ਵਾਲੀ ਕਾਪੀ can do wonders for all future generations. ਜਿਨਨੀ ਸੇਵਿਆ ਤਿੰਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ. ਨਾਨਕ ਇਹ ਭਾਈ ਤੇਰੇ ਕਰਨ ਵਾਲਾ ਕੰਮ ਹੈ, ਗੁਰਬਾਣੀ ਮੇਰੇ ਲਈ ਹੈ. It is for me. Anything we understand, let us resolve, because we need to resolve. Why we need to resolve? It includes me. I include myself. We need to resolve कि ਇਹ ਭਾਈ ਅੱਜ ਤੋਂ ਇਹ ਮੇਰੇ ਵਾਸਤੇ ਹੈ. ਨਾਨਕ ਗਾਵੀ ਹੈ, ਔਰ ਗਾਵੀ ਹੈ ਨੂੰ ਵੀ ਅਸੀਂ ਇਸ ਤਰ੍ਹਾਂ ਵੀ ਧਿਆਨ ਰੱਖਿਆ ਕਰੋ ਭਾਈ, ਧਿਆਨ ਰੱਖਿਆ ਕਰੋ ਭਾਈ ਨਹੀਂ, ਤੂੰ ਧਿਆਨ ਰੱਖਿਆ ਕਰ. I should say ਚਰਨ ਕਮਲ ਸਿੰਘ ਗਾਵੀ ਹੈ ਗੁਣੀ ਨਿਧਾਨ. ਜਿੱਥੇ ਨਾਨਕ ਆਂਦਾ I in bracket I should say ਚਰਨ ਕਮਲ ਸਿੰਘ, and everybody should name his her own self and then understand it. Nanak gaviye guni nidan. This etuk Gurbani di can change life, will change life. गाविए सुनिए मन रखिए पाओ. गाविए तो गल शुरू होगी. ਇਹ गाविए ਉਹ ਵਾਲਾ ਐਸਪੈਕਟ ਹੈ ਜਿਹੜਾ ਇਨੀਸ਼ੀਏਟਰ ਹੈ. ਗਾਵੀਏ ਦਾ ਉਹ ਐਸਪੈਕਟ ਅਸੀਂ ਵੀ ਵਿਚਾਰ ਚੁੱਕੇ ਹਾਂ ਜਿਹੜਾ ਕਿ ਅਲਟੀਮੇਟ ਬਲਿਸਫੁਲ ਫਾਰਮ ਹੈ. ਗਾਵੀਏ ਅੰਡਰਸਟੈਂਡ ਕਰੀਏ the beginning of the journey of the spiritual world. ਗਾਵੀਏ ਸੁਣੀਏ. ਸੁਣੀਏ is another term, fundamental term which needs to be put in place. ਜਦੋਂ ਅਸੀਂ ਆਪਣੀ ਸੁਰਤ ਨੂੰ ਜੋੜ ਦਿੰਦੇ ਹਾਂ, we get attuned to it. This is ਸੁਣੀਏ. ਉਸ ਨੂੰ ਅਸੀਂ ਅੰਡਰਸਟੈਂਡ ਕਰ ਰਹੇ ਹਾਂ, ਉਸ ਨੂੰ ਅਸੀਂ ਅੰਡਰਸਟੈਂਡ ਕਰ ਰਹੇ ਹਾਂ. ਗਾਵੀਏ ਆਪਣੀ ਸੁਰਤ ਨੂੰ ਉਸ ਦੇ ਵਿੱਚ ਅਰਪਣ ਕਰ ਰਹੇ ਹਾਂ. ਸੁਣੀਏ. This is poles apart. गाविए सुनिए. थर्ड थिंग, मन रखिए पाओ. पाओ is another speaking Gurbani word. Never say ਤੈਨੂੰ ਪਿਆਰ ਹੈ ਉਹਦੇ ਨਾਲ, ਤੂੰ ਪਾਓ ਕਰਦਾ ਉਹਦੇ ਨਾਲ. ਪਾਓ ਜਦੋਂ ਕਹਿੰਦੇ ਆ ਡਰਿਆ ਨਾ ਕਰਦੇ ਕੋਲੋਂ, ਉਹਦੇ ਕੋਲੋਂ ਪਾਓ ਨਾ ਰੱਖਿਆ ਕਰ. ਆਪਣੇ ਭੈਣਾ ਭਰਾਵਾਂ ਨੂੰ ਅਸੀਂ ਆਪਣੇ ਬੱਚਿਆਂ ਨੂੰ ਪਾਓ ਤੇ ਪਾਓ ਸਮਝਾ ਦਈਏ. We should start correcting each other. Why should they say ਡਰ ਕਿਉਂ ਕਹਿ ਰਹੇ ਹਨ? ਪਾਓ ਕਹਿਣਾ. We have a word for ਡਰ. ਅਸੀਂ ਡਰ ਤੋਂ ਕੀ ਲੈਣਾ? ਪੱਬਾ ਪਾਓ ਹੈ ਸਾਡਾ ਕਹਿਦਾ. ਜਿਨ ਮਨ ਪਾਓ ਤਿਨਾ ਮਨ ਪਾਓ. ਜਿਹਦੇ ਮਨ ਵਿੱਚ ਰੱਬ ਦਾ ਰਿਗਾਰਡ ਹੋਏਗਾ, ਉਸ ਦੇ ਮਨ ਵਿੱਚ ਹੀ ਰੱਬ ਪ੍ਰਤੀ ਪਿਆਰ ਹੋਏਗਾ. ਔਰ ਪਿਆਰ ਜ਼ਰੂਰੀ ਹੈ. We need to love God. ਮਨ ਰੱਖੀਏ ਪਾਓ. ਉਸ ਸਪੀਕਿੰਗ ਗੁਰਬਾਣੀ. This is living Gurbani. ਗਾਵੀਏ ਸੁਣੀਏ ਮਨ ਰੱਖੀਏ ਪਾਓ. 3 things to do. Gaviye. Understanding each and every tuk that comes our way is gaviye.
ਉਸ ਦੇ ਵਿੱਚ ਖੁੱਭ ਜਾਈਏ, ਉਸ ਦਾ ਆਪਣੀ ਸੁਰਤ ਨੂੰ ਉਹਦੇ ਵਿੱਚ ਲਾ ਦਈਏ। ਇਹਦੇ ਨਾਲ ਹੀ ਇਹ ਗੱਲ ਹੈਗੀ ਹੈ ਕਿ ਉਹ ਜਦੋਂ ਅਸੀਂ ਆਪਣੀ ਸੁਰਤ ਨੂੰ ਚਲਾਉਂਦੇ ਹਾਂ ਤੇ ਸਾਡਾ ਚੈਨਲ ਖੁੱਲ ਗਿਆ ਉਹਦੇ ਨਾਲ। Now we need to take what it says and apply on me, not tell others. Telling others is very good, but it should not end with that. In fact, it should begin with applying on the thing which on my own self. ਸੁਣੀਏ ਦਾ full completion ਹੋ ਜਾਂਦੀ ਹੈ। ਗਾਵੀਏ ਸੁਣੀਏ ਮਨ ਰੱਖੀਏ ਭਾਓ, ਪਿਆਰ ਜ਼ਰਾ ਉਹਦੇ ਵਿੱਚ, ਸਭ ਨੂੰ ਦੇਖ ਕੇ, ਮਹਿਸੂਸ ਕਰਕੇ, ਮਾਣ ਕੇ, ਵਰਤ ਕੇ, ਹਰ ਜਗ੍ਹਾ 'ਚ ਉਹ ਪਿਆਰ ਰਹਿਣਾ ਜ਼ਰੂਰੀ ਹੈ। ਗਾਵੀਏ ਸੁਣੀਏ ਮਨ ਰੱਖੀਏ ਭਾਓ। ਜਦੋਂ ਇਉਂ ਕਰਦੇ ਆ, ਜਦੋਂ ਮਨ ਸਾਡਾ, ਮਨ 'ਚ ਤਾਂ ਪਿਆਰ ਆ ਗਿਆ, ਹੁਣ ਜਿਹਨੂੰ ਦੇਖਦੇ ਆ ਉਹਦੇ ਵਿੱਚ ਸਾਨੂੰ ਰੱਬ ਦਿਸਦਾ ਪਿਆ, ਸਾਡੇ ਮਨ 'ਚ ਤਾਂ ਪਿਆਰ ਆਇਆ ਹੋਇਆ। ਦੁੱਖ ਪਰ ਹਰ, ਐਂਡ ਇਹ ਆਪਣੀ ਡਾਇਰੀ 'ਚ ਪੱਪੇ ਦੇ ਪੇਜ ਤੇ ਲਿਖ ਦੋ, ਪਰ ਹਰ। ਜਦੋਂ ਅਸੀਂ ਕਹੀਏ ਨਾ ਚਲੋ ਸਾਰੇ ਚਲੀਏ, ਆਹ ਬੈਗ ਲੈ ਕੇ ਜਾਣਾ ਹੈ, ਨਹੀਂ ਆਹ ਬੈਗ ਪਰ ਹਰ, ਬਾਕੀ ਆਪਾਂ ਲੈ ਜਾ, ਬੈਗ ਪਰ ਹਰ, ਬੈਗ ਨੂੰ ਛੱਡ ਦੇ, ਤਾਂ ਕਿ ਜਦੋਂ ਮੇਰੀ ਭੈਣ, ਜਦੋਂ ਮੇਰਾ ਭਰਾ, ਜਦੋਂ ਮੇਰਾ ਬੇਟਾ, ਜਦੋਂ ਮੇਰੀ ਬੇਟੀ ਇਹ ਪੜ੍ਹੇ ਦੁੱਖ ਪਰ ਹਰ, ਉਹ ਕਹੇ ਮੰਮੀ ਨੇ ਬੋਲੇ ਸੀ ਬੈਗ ਪਰ ਹਰ, ਤੇ ਮੈਨੂੰ ਪਤਾ ਲੱਗ ਗਿਆ ਦੁੱਖ ਪਰ ਹਰ, ਸੁੱਖ ਘਰ ਲੈ ਜਾਏ। ਹੁਣ ਆਪਣੇ ਘਰ ਕਿਹੜਾ? ਆਪਣੇ ਮਨ ਵਿੱਚ ਜਿਹੜੇ ਥਾਟ, ਵਾਟ ਇਜ਼ ਮਨ? ਥਾਟਸ। ਮੇਰੇ ਥਾਟਸ ਵਿੱਚ ਹੁਣ ਸੁੱਖ ਹੀ ਸੁੱਖ ਹੈ, ਕਿਉਂਕਿ ਮਨ ਵਿੱਚ ਤਾਂ ਭਾਵ ਭਰ ਗਿਆ ਨਾ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਤਾਂ ਫਿਰ ਦੁੱਖ ਪਰ ਹਰ, ਸੁੱਖ ਘਰ ਲੈ ਜਾਏ। ਮਾਰਕ these pronunciations, ਜਿਸ ਸ਼ਬਦ ਜਾਂ ਜਿਸ ਵਰਡ ਦੇ ਆਖਰੀ ਅੱਖਰ, ਆਖਰੀ ਲੈਟਰ, the last letter of any word which has ਔਂਕੜ or ਸਿਹਾਰੀ should be pronounced more prominently. What does more prominently mean? ਮਨ, ਮਨ ਰੱਖੀਏ ਭਾਓ। ਮਨ ਤੇ ਮਨ ਦਾ ਇਹ ਫਰਕ ਹੈ। ਮਨ, ਮਨ, ਮਨ ਰੱਖੀਏ, ਉਹ ਜਿਹੜੀ ਸਿਹਾਰੀ ਹੈ ਨਾ ਮਨ ਦੀ, ਉਹ ਅਸੀਂ ਬੋਲਤੀ। ਗਾਵੀਏ ਸੁਣੀਏ ਮਨ ਰੱਖੀਏ ਭਾਓ, ਮਨ, ਮਨ ਰੱਖੀਏ ਭਾਓ। ਉਹ ਮਨ ਕਹਿਣ ਵਿੱਚ ਨੰਨੇ ਦੀ ਸਿਹਾਰੀ ਬੋਲੀ ਗਈ, ਔਰ ਉੱਥੇ ਸਵਰਨਮਨ ਕਾਲੇ ਨੇ ਸੁਣ ਲਿਆ ਵੀ ਮਨ ਨੇ ਕਿਹਾ, ਮਨ ਨੇ ਕਿਹਾ, ਮਨ ਰੱਖੀਏ ਭਾਓ। ਉਹ ਉਹਦੇ ਨੰਨੇ ਦੇ ਅੱਖਾਂ ਮੀਟ ਕੇ ਸੁਣ ਰਿਹਾ, ਨੰਨੇ ਨੂੰ ਸਿਹਾਰੀ ਉਹਨੇ ਪਾਤੀ, ਕਿਉਂਕਿ ਤੁਸੀਂ ਮਨ ਕਿਹਾ, ਮਨ ਰੱਖੀਏ ਭਾਓ। ਦੁੱਖ ਪਰ ਹਰ, ਦੁੱਖ ਪਰ ਹਰ, ਸੁੱਖ ਘਰ ਲੈ ਜਾਏ। ਆਪਣੇ ਮਨ ਦਾ ਦੁੱਖ ਖਤਮ, ਉਸ ਤੋਂ ਬਾਅਦ ਤੇ ਮਨ ਵਿੱਚ ਆ ਗਿਆ ਸੁੱਖ। ਇਹ ਸੁੱਖ ਦਾ ਅਹਿਸਾਸ ਉਹਦੇ ਮਨ 'ਚ ਹਰ ਵੇਲੇ, ਦੁੱਖ ਪਰ ਹਰ, ਸੁੱਖ ਘਰ ਲੈ ਜਾਏ। ਹੁਣ ਇੱਕ ਹੋਰ ਵਰਡ ਆਉਂਦਾ ਹੈ ਗੁਰਮੁਖ। ਗੁਰਮੁਖ ਦਾ ਇੱਕ ਆਪੋਜ਼ਿਟ ਵਰਡ ਹੈ ਮਨਮੁਖ। ਦੋ ਵਰਡਸ ਨੇ, ਗੁਰਮੁਖ, ਮਨਮੁਖ। ਮੁਖ is mukh, our face. Gurmukh means Guru wal mukh. It would mean ਕਿ ਮੇਰਾ ਧਿਆਨ ਜਿਹੜਾ ਹੈ ਗੁਰੂ ਵੱਲ। ਗੁਰਮੁਖ, ਗੁਰੂ ਵੱਲ ਮੂੰਹ ਕਰਨਾ। ਮਨਮੁਖ, ਆਪਣੇ ਮਨ ਦੀ ਮਰਜ਼ੀ ਕਰਨੀ। ਮਨਮੁਖ, ਆਪਣੇ ਮਨ ਵੱਲ ਮੂੰਹ ਕੀਤਾ ਹੋਇਆ ਹੈ। ਮੂੰਹ ਦਾ ਮਤਲਬ ਆਪਣੇ ਮਨ ਵੱਲ ਧਿਆਨ, ਸਾਰਾ ਧਿਆਨ ਆਪਣੇ ਮਨ ਵੱਲ। ਮਨ, ਮਨ ਕੀ ਕਰਦਾ ਹੈ? ਗੁਰਬਾਣੀ ਸੇਜ਼ ਮਨ ਲੋਚੈ ਬੁਰਿਆਈਆਂ। ਬੁਰਿਆਈਆਂ, ਬੁਰਿਆਈ ਸਿੰਗੂਲਰ, ਬੁਰਿਆਈਆਂ plural. Plural, as we discussed in Gurbani, is always kanna, it makes a plural without any bindi. Buraiya is plural, ho chukya plural. Gurmukh, ਹੁਣ ਅਸੀਂ ਆਪਣਾ ਧਿਆਨ ਗੁਰੂ ਵੱਲ ਜਦੋਂ ਕਰਦੇ ਹਾਂ ਤਾਂ ਇੱਕ ਵਰਡ ਆਉਂਦਾ ਹੈ ਨਾਦ। ਦੋ ਚੀਜ਼ਾਂ ਟਕਰਾਉਂਦੀਆਂ ਨੇ ਤੇ ਨਾਦ ਹੁੰਦਾ ਹੈ।
ਨਾਦ, ਆਵਾਜ਼ ਨੂੰ ਨਾਦ ਕਹਿਣਾ ਸ਼ੁਰੂ ਕਰੀਏ। ਐੜੇ ਦੇ ਪੇਜ ਤੇ ਆਵਾਜ਼, ਤਾਂ ਕਿ ਜਦੋਂ ਫਾਈਂਡ ਕਰਾਂਗੇ ਨਾ ਵਰਡਸ, ਅਸੀਂ ਆਪਣੇ ਊੜੇ ਐੜੇ ਤੇ ਕਰਾਂਗੇ। ਆਵਾਜ਼ ਦੇ ਕੇ ਲਿਖੀਏ ਨਾਦ। when we say, ਤੁਸੀਂ ਮੈਨੂੰ ਆਵਾਜ਼ ਮਾਰੀ ਸੀ, ਮੈਂ ਤਾਂ ਨਾਦ ਸੁਣਿਆ ਨਹੀਂ, ਆਵਾਜ਼ ਨਹੀਂ ਸੁਣੀ, ਨਾਦ ਨਹੀਂ ਸੁਣਿਆ। ਸਾਡੀ ਸ਼ਬਦਾਵਲੀ ਕਿਸ ਤਰ੍ਹਾਂ ਦੀ, ਘਰ ਦਾ ਕਿਸ ਤਰ੍ਹਾਂ ਦਾ ਮਾਹੌਲ ਹੋ ਜਾਏਗਾ, ਮੈਨੂੰ ਨਾਦ ਨਹੀਂ ਸੁਣਿਆ। ਹੁਣ ਗੁਰਮੁਖ ਨਾਦਨ, ਉਹ ਕਿਸ, ਉਹਦੀ ਅੰਡਰਸਟੈਂਡਿੰਗ ਦੇਖੋ ਕਿੱਥੇ ਜਾ ਰਹੀ ਹੈ। ਗੁਰੂ ਵੱਲ ਮੂੰਹ ਕੀਤਿਆਂ, ਆਪਣਾ ਧਿਆਨ ਗੁਰਬਾਣੀ ਵਿੱਚ ਲਾਇਆ, ਗੁਰਮੁਖ ਨਾਦਨ। ਕਿਹੜੀ ਆਵਾਜ਼ ਉਹਨੂੰ ਸੁਣ ਰਹੀ ਹੈ? ਉਸਨੂੰ ਇਹ ਜ਼ਿੰਦਗੀ ਦੀ ਆਵਾਜ਼, ਇਹ ਝਰਨਿਆਂ ਵਿੱਚੋਂ ਰੱਬ ਦਾ ਅਹਿਸਾਸ, ਇਸ ਬਰੀਜ਼ ਆਫ 에ਅਰ ਦੀ ਜਿਹੜੀ ਆਵਾਜ਼ ਹੈ, ਉਸ ਦੇ ਵਿੱਚੋਂ ਰੱਬ ਦੀ ਆਵਾਜ਼, ਇਹਦੀ ਇਹ ਜ਼ਿੰਦਗੀ ਦੀ ਆਵਾਜ਼, ਇਹ ਕੁਦਰਤ ਦੇ ਰੰਗ, ਇਹ ਨਾਦ ਹੈ। ਜ਼ਿੰਦਗੀ ਦਾ ਉਹ ਆਵਾਜ਼ ਦੀ ਨਾਦ ਹੈ, ਉਹ ਰੁਣ ਚੁਣਕਾਰ ਹੈ। ਗੁਰਮੁਖ, ਗੁਰੂ ਵੱਲ ਮੂੰਹ ਕੀਤਿਆਂ, we get sensitized to it, ਕਿ what is all this telling me? ਗੁਰਮੁਖ ਨਾਦਨ। ਦੂਸਰੀ ਗੱਲ, ਗੁਰਮੁਖ ਵੇਦਨ। ਵੇਦ means ਕਿ ਗਿਆਨ ਦੀਆਂ ਗੱਲਾਂ, तो वेद would mean ਗਿਆਨ। ਗੁਰੂ ਵੱਲ ਮੂੰਹ ਕੀਤਿਆਂ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ। ਅਸੀਂ ਇੱਥੇ ਖੜੇ, ਉਹ ਬਿਗਨਿੰਗ ਦੀ ਗੱਲ, ਆਦ ਸੱਚ ਦਾ ਗਿਆਨ, ਸਾਡਾ ਕਪਾਟ ਖੁੱਲਨੇ, ਸਾਨੂੰ ਆਪਣੇ ਮਨ ਦੀ, ਆਪਣੇ ਤਨ ਦੀ, ਆਪਣੇ ਬ੍ਰਹਮੰਡ ਦੀਆਂ ਗੱਲਾਂ ਦਾ ਗਿਆਨ। ਗੁਰਮੁਖ ਵੇਦਨ। ਗੁਰੂ ਵੱਲ ਮੂੰਹ ਕੀਤਿਆਂ, ਉਹਨੂੰ ਥਾਪਣਾ ਨਹੀਂ ਹੈ, ਉਹਨੂੰ ਗਾਵਣਾ ਹੈ। ਜਦੋਂ ਅਸੀਂ ਗਾਵਣਾਂਗੇ ਤਾਂ ਅਸੀਂ ਗੁਰਮੁਖ ਹੋ ਰਹੇ ਹਾਂ। ਤਾਂ ਗੁਰਮੁਖ ਨਾਦਨ, ਤਾਂ ਗੁਰੂ ਵੱਲ ਮੂੰਹ ਕਰਨ ਦੇ ਨਾਲ ਸਾਨੂੰ ਕੀ, ਉਹਦਾ ਸਾਡੇ ਸਾਹਮਣੇ ਸਾਨੂੰ ਸਾਡਾ ਅਹਿਸਾਸ ਕਿੱਥੇ ਜਾ ਰਿਹਾ ਹੈ? ਗੁਰਮੁਖ ਨਾਦਨ, ਗੁਰਮੁਖ ਵੇਦਨ। ਗੁਰਮੁਖ ਰਹਿਆ ਸਮਾਈ, ਅਸੀਂ ਤਾਂ ਉਸ ਵਿੱਚ ਤੂੰ ਕਰਤਾ ਤੂੰ ਹੋ ਜਾਈਏ, ਉਹਦੇ ਵਿੱਚ ਹੀ ਸਮਾ ਜਾਣਾ। ਅਸੀਂ ਨਿਕਲੇ ਵੀ ਉਹਦੇ ਚੋਂ ਆ, ਉਹਦੇ ਚ ਹੀ ਸਮਾ ਜਾਣਾ ਅਸੀਂ, ਪਰ ਜਿਉਂਦੇ ਜੀ ਸਮਾ ਜਾਈਏ। ਇਹਨੂੰ ਕਹਿੰਦੇ ਨੇ ਜੀਵ ਤਿਆ ਮਰ ਰਹੀ ਹੈ। ਗੁਰਬਾਣੀ ਦੀ ਬੜੀ ਪਿਆਰੀ ਤੁਕ, ਜੀਵ ਤਿਆ ਮਰ ਰਹੀ ਹੈ, ਜਿਉਂਦੇ ਜੀ ਮਰ ਜਾਈਏ। ਸਾਡੇ ਅਸੀਂ ਅੰਜਨ ਮਾਹੇ ਨਿਰੰਜਨ ਜਦੋਂ ਰਹਿੰਦੇ ਆ ਤੇ ਜੀਵ ਤਿਆ ਮਰ ਰਹੀ ਹੈ। ਜਦੋਂ ਅਸੀਂ ਗੁਰਮੁਖ ਰਹਿਆ ਸਮਾਈ ਹੈ ਤੇ ਜੀਵ ਤਿਆ ਮਰ ਰਹੀ ਹੈ। ਤਾਂ ਗੁਰਮੁਖ ਦੇ ਕੀ, ਗੁਰੂ ਵੱਲ ਅਸੀਂ ਧਿਆਨ ਧਰਨਾ ਹੈ, ਥਾਪਣਾ ਨਹੀਂ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨਨੀ ਸੇਵਿਆ ਤਿੰਨੀ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦਨ, ਗੁਰਮੁਖ ਵੇਦਨ, ਗੁਰਮੁਖ ਰਹਿਆ ਸਮਾਈ। ਗੁਰ ਈਸਰ, ਮੇਰਾ शिव मेरा गुरु ही है, मेरा गोरखनाथ मेरा गुरु ही है, मेरा ब्रह्मा मेरा गुरु ही है। गुर गोरख बर्मा, मेरी पार्वती माई मेरा गुरु ही है। गुर पार्वती माई। ਤਾਂ ਇਹ ਇੱਥੇ ਜਦੋਂ ਅਸੀਂ ਅਪੜਦੇ ਆ ਤੇ ਸਾਨੂੰ ਜਿਹੜੀ ਸੋਝੀ ਹੁੰਦੀ ਹੈ, ਇਸ ਵਿਰਾਟ ਵਿਸ਼ਾਲਤਾ ਦੀ ਸੋਝੀ ਹੁੰਦੀ ਹੈ। ਜੇ ਹੋ ਜਾਣਾ, ਜੇ ਮੈਨੂੰ ਪਤਾ ਵੀ ਲੱਗ ਜੇ, ਜਦੋਂ ਕਿਤੇ ਕਿਤੇ ਆਂਦਾ ਮੇਰੀ ਮਾਈ ਤੇ ਮੇਰੀ ਮਾਂ, ਮੈਨੂੰ ਪਤਾ ਲੱਗ ਗਿਆ,
मां तां निकलदा अंदरों, मैनू मेरी मां मैनू पता लग गया बड़ा कुछ है। जे हो जाना आखा नहीं, मेरे को शब्द नहीं है कि मैं उन्हें कह सका। जे हो जाना, हाउ इज अनदर वर्ड स्पोकन स्पीकिंग गुरबाणी दा। इनू असी हाँ हाहे ते पेज नहीं लिखना, असी लिखना इनू मम्मे दे पेज ते लिखना मैं नहीं बोलना हाओ। तुसी ब्रेकफास्ट खा लिया, हाँ खा लिया, मैं खा लिया। Let us say always how for मैं। जे हो जाना, जे मैनू पता लग जाए, जे मैनू सारा समझ भी लग जाए, मेरे को शब्द ही नहीं है मैं किवें दसा। आखा नहीं कहना कथन न जाई, मैं दस ही नहीं पा रहा, मैं दस ही नहीं सकता। जदों गा भी है सुनी है मन रखी है भाओ, मैं उस एहसास उस आनंद दा मैं बयान नहीं कर पा रहा, मेरे को शब्द नहीं ने। जे हो जाना आखा नहीं कहना कथन न जाई, गुरा एक दे बुझाई। एक दे नहीं, एक दे, क्योंकि हुण एक तिन ने, जिस तरह आपां जिन देखे सीगे, एक ईड़ी सिहारी कक्का एक, ईड़ी सिहारी कक्का औंकड़ एक, ईड़ी सिहारी कक्का सिहारी एक। We have 3 X in Gurbani. ईड़ी सिहारी कक्का, nothing with kakka, is always singular feminine. एक वचन स्त्रीलिंग, एक जेड़ा इस वेले केस है। But we have another kakka with onkad, singular masculine. We are talking of something pulling एक वचन, कक्के नु औंकड़। दोनों ने किवें डिफरेंट करिए? एक 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 means कक्के नु औंकड़ लग्या होया, and एक means कक्का, this is something about feminine, एक वचन। गुरा एक देह बुझाई, असी बाणी सरवण करन नूं दसदा एक देह बुझाई, एक देह बुझाई नहीं, एक देह बुझाई। तो व्हाट डज एक कक्के नु सिहारी मीन्स? कई है, लिखा एक है, पर गुरु साहब ने उहदे चों कई दसे, पर इस तरह नहीं दसते। ऑलवेज जिथे कई आएगा कक्के नु सिहारी ही होएगी। जे पढ़न वास्ते एक सिहारी है ते जेड़ा सरवण कर रहा है उहदी सिहारी किथे गई भाई? बोलो हुण किवें बोल सकते हैं? कक्के नु सिहारी दा बोलण दा एक साडे कोल होर प्रोनाउंसिएशन दा देयर इज ए वे ऑफ डूइंग इट कि लाम नु लघु इज वन वर्ड, लघु छोटा, लघु और दीर्घ दे आर टू वर्ड्स ऑपोजिट्स। लघु इज स्मॉल, दीर्घ इज बिग। लघु लाम एक तो है इक्के, कक्के नु लाम इक्के, एक है इक्के इक्के। ओ असी लाम वाले पासे गए बट पूरा चढ़े नहीं ऊपर तक, तो इक्के दी कक्के दी सिहारी हो गई इक्के। एक है एक है एक, तिन्ने प्रोनाउंसिएशन हो गया। तो वी नाउ हैव ए प्रोनाउंसिएशन फॉर ऑल द 3 एक सिंगुलर फेमिनिन, एक सिंगुलर मैस्कुलिन, इक्के इक्के मैनी। हुण इत्थे की है? गुरा एक देह बुझाई, एक देह बुझाई, बुझाई मैनू, मैं कुछ बुझना है, उस बुझण दी बुझाई फेमिनिन, एक बुझाई, एक बुझाई नहीं, एक बुझाई। गुरा एक देह बुझाई, मैनू एक सोजी दे दे। सब तो गल किथे, सब तो फोकस प्लेटफॉर्म की रहेगा हर वेले? मोस्ट इंपॉर्टेंट नाम। व्हाट इज नाम? के ओ है, ओ माय गॉड
He is there. He is looking at me. He knows what I'm thinking all the time. That is, oh my God, that is naam. गुरा एक देह बुझाई, सबना जिया का एक दाता, एक दाता, एक दाता नहीं, एक दाता, ही एक दाता, एक बुझाई, एक दाता. We applied both the words in the right pronunciation, understood it, conveyed it, and the person who is receiving it understood it as well. गुरा एक देह बुझाई, सबना जिया का एक दाता. Wait, Gurbani doesn't need to say jiya. Punjabi might not be doing it. Gurbani is not Punjabi. Gurbani is not bound to follow the Punjabi ways. People try to make it that way. We need to mend our ways. जे जिया बोलन तो बिना रह नहीं होंदा ते पंजाबी च जिया कर लो. Don't change. Nobody can change Gurbani. सबना जिया का एक दाता. गुरबाणी दा सबना तो जे हाले गुरु नहीं पता लगे, बिंदियां लाके भी नहीं लगना पता. सबना जिया का एक दाता, सो मैं विसर न जाई. नाम, उदी प्रेजेंस, सबना जिया का एक दाता, सो मैं विसर न जाई. That is the ultimate thing. That is the fundamental thing. And that is Naam. Hamesha Naam. So in the end, it comes to Naam. So just the whole thing. Tha pe na jaye, kita na hoye. Ape aap niranjan soye. Jinni seveya. तिन्नी पाया मान. नानक गावी है गुणी निदान. गावी है सुनिए मन रखी है भाओ. दुख पर हर सुख घर ले जाए. गुरमुख नादन, गुरमुख वेदन, गुरमुख रहया समाई. गुर ईसर, गुर गोरख बर्मा, गुर पार्वती माई. जे हो जाना आखा नाही, कहना कथन न जाई. गुरा एक देह बुझाई, सबना जिया का एक दाता, सो मैं विसर न जाई. वाहिगुरु जी का खालसा, वाहिगुरु जी की फतेह.